ਜਦੋਂ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲੇ 8 ਮੈਂਬਰ, ਉਹ ਸਾਰੇ ਪਰੇਸ਼ਾਨ ਸੀ ਮੈਂਬਰ? ਸਾਰੇ ਪਰੇਸ਼ਾਨ ਸੀ। ਉਹਨਾਂ ਨੂੰ ਸੁਖਬੀਰ ਜੀ ਨੇ ਸਗੋਂ ਇੱਕ ਸਾਨੂੰ ਜਿਹੜੀ ਗੱਲ ਚੁਭੀ ਉਹ ਇਹ ਕਹਿਤੀ ਕਿ 5 ਬੰਦੇ ਆਉਂਦੇ ਨੇ 5 ਬੰਦੇ ਜਾਂਦੇ ਰਹਿੰਦੇ ਨੇ ਤੇ ਇਹ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ। ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿੰਨਾ ਚਿਰ ਮੁੱਖ ਮੰਤਰੀ ਰਹੇ ਨੇ, ਪਾਰਟੀ ਦੇ ਪ੍ਰਧਾਨ ਰਹੇ ਨੇ, ਉਹਨਾਂ ਨੇ ਹਰ ਇੱਕ ਦੀ ਗੱਲ ਸੁਣੀ ਹੈ। ਸਾਨੂੰ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਉਦੋਂ ਮਹੀਨਾ ਪਹਿਲਾਂ 5-5 ਮਿੰਟ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ, ਚਾਹੇ ਉਹ ਬਾਦਲ ਪਿੰਡ ਬੁਲਾਉਂਦੇ, ਚਾਹੇ ਉਹ ਚੰਡੀਗੜ੍ਹ ਬੁਲਾਉਂਦੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ, ਉਹ ਤਕਰੀਬਨ ਹਰ ਸਾਲ 5 ਮਿੰਟ ਦਾ ਸਮਾਂ ਇੱਕ ਮੈਂਬਰ ਨੂੰ ਦਿੰਦੇ ਸਨ ਕਿ ਦੱਸੋ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਵੇਂ ਚੱਲ ਰਿਹਾ, ਤੁਸੀਂ ਕਿਹਨੂੰ ਪ੍ਰਧਾਨ ਚੁਣਨਾ ਹੈ। ਅਸੀਂ ਜੋ 5 ਮਿੰਟਾਂ ਵਿੱਚ ਜਿੰਨੀ ਗੱਲ ਕਰ ਸਕਦੇ ਸੀਗੇ ਉਹ ਇਹਨਾਂ ਨਾਲ ਪਿਛਲੇ ਸਮੇਂ 'ਚ ਲਗਾਤਾਰ ਪਿਛਲੇ 4 ਸਾਲ ਲਗਾਤਾਰ ਕਰਦੇ ਰਹੇ। ਪਾਰਟੀ ਦੇ ਤੌਰ ਤੇ ਸਾਨੂੰ ਇਗਨੋਰ ਕੀਤਾ, ਇਹ ਛੋਟੀਆਂ ਗੱਲਾਂ ਨੇ। ਪਾਰਟੀ ਦੇ ਤੌਰ ਤੇ ਜੇ ਸਾਨੂੰ ਪਾਰਟੀ ਦੇ ਵਿੱਚ ਬਣਦਾ ਰੁਤਬਾ ਨਹੀਂ ਦਿੱਤਾ, ਛੋਟੀਆਂ ਗੱਲਾਂ ਨੇ। ਪਰ ਪਾਰਟੀ ਜੇਕਰ ਆਪਦੇ ਪੰਥਕ ਏਜੰਡੇ ਨੂੰ ਛੱਡਦੀ ਆ, ਆਪਦੇ ਬੁਨਿਆਦੀ ਜਿਹੜੇ ਏਜੰਡੇ ਨੇ ਕਿ ਉਹਨਾਂ ਤੋਂ ਪਾਸੇ ਹੋ ਕੇ ਤੁਰਦੀ ਆ। ਦੇਸ਼ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਜੀ ਆਇਆਂ। ਮੈਂ ਹਰਜਿੰਦਰ ਸਿੰਘ ਰੰਧਾਵਾ, ਤੁਸੀਂ ਦੇਖ ਰਹੇ ਹੋ ਪੰਜਾਬ ਟੈਲੀਵਿਜ਼ਨ, ਔਰ ਮੇਰੇ ਨਾਲ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਰਦਾਰ ਮਿੱਠੂ ਸਿੰਘ ਕਾਨੇਕੇ। ਅਸੀਂ ਕੁਝ ਦਿਨ ਪਹਿਲਾਂ ਜ਼ਿਕਰ ਕੀਤਾ ਸੀਗਾ ਕਿ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੀ ਟੌਪ ਦੀ ਲੀਡਰਸ਼ਿਪ ਵੱਲੋਂ ਪਸੀਨਾ ਬਹਾਉਣ ਦੇ ਬਾਵਜੂਦ ਮਾਨਸਾ ਜ਼ਿਲ੍ਹੇ ਦੀ ਲੀਡਰਸ਼ਿਪ ਨਾਰਾਜ਼ ਹੈ, ਕਿਸੇ ਕੋਲ ਵੀ ਦਲ ਨੂੰ ਛੱਡ ਸਕਦੀ ਹੈ। ਸੋ ਉਹੀ ਨਤੀਜਾ ਨਿਕਲਿਆ, ਸਰਦਾਰ ਮਿੱਠੂ ਸਿੰਘ ਕਾਨੇਕੇ ਸ਼੍ਰੋਮਣੀ ਅਕਾਲੀ ਦਲ ਦੀ ਮੁੱਢਲੀ ਮੈਂਬਰਸ਼ਿਪ ਨੂੰ ਅਲਵਿਦਾ ਆਖ ਚੁੱਕਿਆ, ਰੁਖਸਤ ਹੋ ਚੁੱਕਿਆ। ਸੋ ਸਾਡੇ ਨਾਲ ਨੇ, ਇਹਨਾਂ ਤੋਂ ਜਾਣਨ ਦਾ ਯਤਨ ਕਰਦੇ ਹਾਂ ਕਿ ਆਖਰ ਦਹਾਕਿਆਂ ਦੇ ਵਿੱਚ, ਸਦੀਆਂ 'ਚ ਬਣੀਆਂ ਸਲਤਨਤ ਅੱਖਾਂ ਦੇ ਮੂਹਰੇ ਪਲ 'ਚ ਢਹਿ ਢੇਰੀ ਕਿਵੇਂ ਹੋ ਜਾਂਦੀਆਂ, ਸਾਲਾਂ ਦੇ ਰਿਸ਼ਤੇ ਆਖਰ ਕੁਝ ਪਲ 'ਚ ਕਿਵੇਂ ਮੁੱਕ ਜਾਂਦੇ ਆ। ਸੋ ਸਰਦਾਰ ਸਾਹਿਬ ਜੀ ਆਇਆਂ ਜੀ ਤੁਹਾਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਦਾਰ ਸਾਹਿਬ ਮੈਨੂੰ ਇਹ ਜ਼ਰੂਰ ਦੱਸਿਓ ਕਿ ਮੇਰਾ ਖਿਆਲ ਤੁਹਾਡਾ 4 ਦਹਾਕੇ ਵਰਗਾ ਲਗਭਗ 40 ਸਾਲ ਦਾ ਸਫ਼ਰ ਇੱਕ ਪਲ 'ਚ ਖਤਮ ਹੋ ਜਾਂਦਾ ਅਕਾਲੀ ਦਲ ਨਾਲ, ਤੇ ਫੀਲ ਕਿਵੇਂ ਕਰ ਰਹੇ ਹੋ, ਮਹਿਸੂਸ ਕੀ ਕਰ ਰਹੇ ਹੋ? ਕੋਈ ਨਾਰਾਜ਼ਗੀਆਂ ਸੀ, ਕੋਈ ਤਕਲੀਫਾਂ ਸੀ, ਕੀ ਕਾਰਨ ਸੀ ਕਿ ਇੱਕ ਲੰਬਾ ਸਫ਼ਰ ਝਟਕੇ ਨਾਲ ਤੋੜ ਆਇਓ? ਸਰਦਾਰ ਹਰਜਿੰਦਰ ਸਿੰਘ ਰੰਧਾਵਾ ਜੀ, ਜਦੋਂ ਅਸੀਂ ਪਾਰਟੀ ਵਿੱਚ ਪ੍ਰਵੇਸ਼ ਕੀਤਾ, ਪਾਰਟੀ ਵਿੱਚ ਜੁਆਇਨ ਕੀਤਾ, ਤਾਂ ਸਾਨੂੰ ਪਾਰਟੀ ਦੀਆਂ ਜੋ ਨੀਤੀਆਂ ਸੀਆਂ, ਪਾਰਟੀ ਦੇ ਜੋ ਪ੍ਰੋਗਰਾਮ ਸੀ, ਉਹ ਸਾਨੂੰ ਚੰਗੇ ਲੱਗੇ। ਔਰ ਪਾਰਟੀ ਦੀਆਂ ਨੀਤੀਆਂ ਨੂੰ ਦੇਖ ਕੇ, ਇਹ ਪਾਰਟੀ ਦੇ ਪ੍ਰੋਗਰਾਮਾਂ ਨੂੰ ਦੇਖ ਕੇ ਇਹ ਪਾਰਟੀ ਵਿੱਚ ਜਿਹੜਾ ਹੈਗਾ ਉਹ ਜੁਆਇਨਿੰਗ ਕੀਤੀ। ਔਰ ਪਰ ਹੁਣ ਪਿਛਲੇ 36 ਸਾਲਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ ਕਿ ਪਿਛਲੇ ਘੱਟੋ ਘੱਟ 15 ਸਾਲਾਂ ਤੋਂ ਲੈ ਕੇ ਪਾਰਟੀ ਇੱਕ ਤੋਂ ਬਾਅਦ ਇੱਕ ਜਿਹੜਾ ਪੰਥਕ ਏਜੰਡੇ ਸੀ ਉਹਨਾਂ ਨੂੰ ਛੱਡਦੀ ਤੁਰੀ ਜਾ ਰਹੀ ਸੀ। ਔਰ ਨਾਲ ਹੀ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ, ਜੋ ਕਿ ਸਿੱਖ ਹਿਰਦਿਆਂ ਨੂੰ ਜਿਹਨੇ ਬਲੁੰਦਰ ਕੇ ਰੱਖ ਦਿੱਤਾ, ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਰਾਜ ਭਾਗ ਸੀਗਾ। ਭਾਵੇਂ ਸ਼੍ਰੋਮਣੀ ਅਕਾਲੀ ਦਲ ਉਸ ਬੇਅਦਬੀ ਕਰਾਉਣ ਦੇ ਵਿੱਚ ਇਹਨਾਂ ਦਾ ਕੋਈ ਰੋਲ ਨਹੀਂ, ਪਰ ਜੋ ਉਹ ਦੋਸ਼ੀ ਜਿਨ੍ਹਾਂ ਨੇ ਬੇਅਦਬੀ ਕੀਤੀ ਸੀ, ਉਹਨਾਂ ਦੋਸ਼ੀਆਂ ਨੂੰ ਫੜ ਕੇ ਬਣਦੀ ਸਜ਼ਾ ਦੇਣ ਦੇ ਵਿੱਚ ਜੋ ਘਾਟ ਰਹੀ ਹੈਗੀ ਸ਼੍ਰੋਮਣੀ ਅਕਾਲੀ ਦਲ ਦੀ, ਉਹਦੇ ਚੋਂ ਲੋਕਾਂ ਦੇ ਵਿੱਚ ਬੇਹੱਦ ਰੋਸ। ਔਰ ਉਸ ਤੋਂ ਬਾਅਦ ਫਿਰ ਅਗਲਾ ਜੋ ਹੁਣ ਪਿਛਲੇ ਤਕਰੀਬਨ 2 ਮਹੀਨਿਆਂ ਤੋਂ ਲੈ ਕੇ ਜਿਹੜੀ ਗੱਲ ਪੰਜਾਬ ਦੇ ਸਿੱਖਾਂ ਦੇ ਵਿੱਚ ਸਾਹਮਣੇ ਆਈ ਹੈ, ਸਮੁੱਚੇ ਸਿੱਖ ਜਗਤ ਦੇ ਸਾਹਮਣੇ ਆਈ ਹੈ, 267 ਸਰੂਪ ਨੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹ ਗੁੰਮ ਹੋ ਜਾਣਾ, ਇਹ ਘਟਨਾ ਜਿਹੜੀ ਇਹ ਸਾਡੇ ਲਈ ਨਾ ਸਹਿਣਯੋਗ ਸੀਗੀ। ਤੇ ਅਸੀਂ ਇਹ ਘਟਨਾ ਕਰਕੇ ਔਰ ਨਾਲ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜੋ ਪ੍ਰਬੰਧ ਲੜਖੜਾਇਆ ਹੋਇਆ ਹੈ, ਇਹ ਪ੍ਰਬੰਧ ਦੇ ਵਿੱਚ ਅਨੇਕਾਂ ਸਵਾਲ ਉੱਠ ਰਹੇ ਸਨ। ਔਰ ਇਹਨਾਂ ਕਰਕੇ ਅਸੀਂ ਪਾਰਟੀ ਤੋਂ ਵੱਖ ਹੋਏ ਹਾਂ। ਪਾਰਟੀ ਅੰਦਰ ਲਗਾਤਾਰ ਪਹਿਲਾਂ ਅੰਤਰ ਪਾਰਟੀ ਜਦੋਜਹਿਦ ਜਿਹੜੀ ਉਹ ਵੀ ਕੀਤੀ, ਔਰ ਹੁਣ ਆਖਰ ਨੂੰ ਦੁਖੀ ਮਨ ਨਾਲ ਅਸੀਂ ਪਾਰਟੀ ਨੂੰ ਅਲਵਿਦਾ ਕਹਿਣ ਲਈ ਮਜਬੂਰ ਹੋਏ। ਅੱਛਾ, ਮੈਨੂੰ ਸਰਦਾਰ ਜੀ ਇਹ ਦੱਸਿਓ ਕਿ ਅਕਸਰ ਸਾਡੇ ਵਾਲੇ ਲੋਕ ਜਿਹੜੇ ਮਝੈਲ ਨੇ ਇਹ ਆਖ ਦਿੰਦੇ ਆ ਕਿ ਮਾਲਵੇ ਵਾਲਿਆਂ ਦੀ ਸਰਦਾਰੀ ਰਹੀ ਆ ਸਦਾ ਰਾਜ ਭਾਗ ਦੇ ਵਿੱਚ, ਤੁਸੀਂ ਪ੍ਰਕਾਸ਼ ਸਿੰਘ ਬਾਦਲ ਦੀ ਜਦੋਂ ਮਰਜ਼ੀ ਬਾਹ ਮਰੋੜ ਲੈਂਦੇ ਸੀ, ਜੋ ਮਰਜ਼ੀ ਕਰ ਲੈਂਦੇ ਸੀ, ਇਹ ਸਾਡੇ ਵਾਲੇ ਅਕਸਰ ਸੋਚ ਲੈਂਦੇ ਆ, ਕਲਪਨਾ ਕਰ ਲੈਂਦੇ ਆ। ਇਹ ਤੁਹਾਡੀ ਨਿਭੀ ਵੀ ਵਾਹਵਾਂ ਸਾਲਾਂ ਤੱਕ ਤੁਹਾਡੇ ਜ਼ਿਲ੍ਹੇ ਅਹਿਮ ਵੀ ਰਹੇ, ਮਾਨਸਾ ਜ਼ਿਲ੍ਹਾ ਕੋਈ ਘੱਟ ਅਹਿਮ ਨਹੀਂ ਸੀ, ਲੇਕਿਨ ਬਲਵਿੰਦਰ ਸਿੰਘ ਭੁੰਦੜ ਵਰਗੇ ਬੰਦੇ ਉੱਥੋਂ ਹੀ ਪੈਦਾ ਹੋ ਕੇ ਏਡੇ ਵੱਡੇ ਵੱਡੇ ਕੱਦ ਬਣ ਗਏ। ਸਵਾਲ ਇਹ ਆ, ਇਹ ਨਿੱਜੀ ਸਾਂਝਾ ਕਿੰਨੀਆਂ ਕੁ
ਤੰਗ ਕਰਦੀਆਂ ਸੀ, ਕਿੰਨੀਆਂ ਕੁ ਪਿਆਰੀਆਂ ਸੀ, ਛੱਡਣ ਵੇਲੇ ਕਿੰਨੀ ਕੁ ਤਕਲੀਫ ਹੋਈ? ਕੀ ਪ੍ਰਕਾਸ਼ ਸਿੰਘ ਬਾਦਲ ਤੋਂ ਸੁਖਬੀਰ ਸਿੰਘ ਬਾਦਲ ਵੱਲ ਲੀਡਰਸ਼ਿਪ ਦਾ ਟ੍ਰਾਂਸਫਰ ਹੋ ਜਾਣਾ ਉਹ ਵੀ ਤੁਹਾਨੂੰ ਤਕਲੀਫ ਦਿੰਦਾ ਸੀ? ਤੁਹਾਡੀ ਆਪਸ ਵਿੱਚ ਗੱਲਬਾਤ ਬੰਦ ਹੋ ਗਈ ਸੀ, ਤੁਹਾਨੂੰ ਸੁਖਬੀਰ ਸਿੰਘ ਬਾਦਲ ਨਹੀਂ ਸੀ ਸੁਣਦੇ, ਜਾਂ ਫਿਰ ਕੀ ਹੋਰ ਵੀ ਕਾਰਨ ਸੀਗੇ ਜਿਹੜੇ ਤੁਹਾਨੂੰ ਲੱਗਿਆ ਕਿ ਹੁਣ ਇੱਥੇ ਗਾਂਹ ਤੁਰਨਾ ਔਖਾ? ਬਿਲਕੁਲ ਜੀ, ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਜਿੰਨਾ ਚਿਰ ਮੁੱਖ ਮੰਤਰੀ ਰਹੇ ਨੇ, ਪਾਰਟੀ ਦੇ ਪ੍ਰਧਾਨ ਰਹੇ ਨੇ, ਉਹਨਾਂ ਨੇ ਹਰ ਇੱਕ ਦੀ ਗੱਲ ਸੁਣੀ ਹੈ ਜੀ, ਔਰ ਪਾਰਟੀ ਨੂੰ ਬਕਾਇਆ ਤੌਰ ਤੇ ਉਹ ਸਮਾਂ ਦਿੰਦੇ। ਜਦੋਂ ਵੀ ਜਿਸ ਜ਼ਿਲ੍ਹੇ ਵਿੱਚ ਆਉਂਦੇ ਤਾਂ ਪਾਰਟੀ ਵਰਕਰਾਂ ਦੀ ਜਿਹੜੀ ਹੈਗੀ ਆ ਸੁਣਵਾਈ ਕੀਤੀ ਜਾਂਦੀ ਸੀ। ਪਰ ਅਫਸੋਸ ਦੀ ਗੱਲ ਹੈ, ਜਦੋਂ ਪਾਰਟੀ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਹੱਥਾਂ ਚਲੀ ਗਈ, ਖਾਸ ਤੌਰ ਤੇ ਜਦੋਂ ਡਿਪਟੀ ਸੀਐਮ ਦੇ ਆਪਣਾ ਗ੍ਰਹਿ ਮੰਤਰੀ ਦੇ ਤੌਰ ਤੇ ਇਹ ਸੁਖਬੀਰ ਸਿੰਘ ਬਾਦਲ ਜੀ ਨੇ ਇਹ ਕੰਮ ਆਰੰਭ ਕਰਤਾ। 10 ਸਾਲ ਪਾਰਟੀ ਦਾ ਜੋ ਰਾਜ ਭਾਗ ਸੀਗਾ, ਇਸ 10 ਸਾਲਾਂ ਦੇ ਵਿੱਚ ਜੋ ਵਰਕਰਾਂ ਦੀ ਸੁਣਵਾਈ ਆ ਉਹ ਬਿਲਕੁਲ ਨਹੀਂ ਹੋਈ। ਔਰ ਕਿਸੇ 3 ਸਾਲ ਦੇ 365 ਦਿਨਾਂ ਦੇ ਵਿੱਚੋਂ ਅਸੀਂ ਸਵਾਲ ਸੁਖਬੀਰ ਜੀ ਨੂੰ ਕੀਤਾ ਸੀਗਾ ਪਿਛਲੇ 2 ਮਹੀਨੇ ਪਹਿਲਾਂ ਵੀ, ਕੋਈ ਤੁਸੀਂ ਕੋਈ ਇੱਕ ਦਿਨ ਮਾਨਸਾ ਜ਼ਿਲ੍ਹੇ ਦੇ ਵਰਕਰਾਂ ਵਾਸਤੇ ਕੱਢਿਆ? 10 ਸਾਲ ਬੀਤ ਗਏ, ਸਾਲ ਦੇ ਵਿੱਚ 365 ਦਿਨ ਹੁੰਦੇ ਨੇਗੇ, ਕੋਈ ਇੱਕ ਦਿਨ ਤੁਸੀਂ ਕੋਈ 2 ਘੰਟੇ 4 ਘੰਟੇ ਸਾਡੀ ਕਦੇ ਸੁਣਵਾਈ ਕੀਤੀ ਹੋਵੇ? ਬਿਲਕੁਲ ਨਹੀਂ ਤੁਸੀਂ ਕੀਤੀ ਸੁਣਵਾਈ। ਸੋ ਸਰਦਾਰ ਸਾਹਿਬ ਮੈਨੂੰ ਇਹ ਜ਼ਰੂਰ ਦੱਸਿਓ ਕਿ ਜਦੋਂ ਤੁਸੀਂ ਨਾਰਾਜ਼ ਸੀਗੇ ਪਿਛਲੇ ਕਈ ਦਿਨਾਂ ਤੋਂ ਔਰ ਤੁਹਾਡੇ ਕੋਲ ਮਲੂਕਾ, ਫਿਰ ਭੁੰਦੜ, ਫਿਰ ਸੁਖਬੀਰ ਸਿੰਘ ਬਾਦਲ ਆਉਂਦੇ ਆ, ਤੁਹਾਡੀ ਗੱਲਬਾਤ ਉਹਨਾਂ ਨਾਲ ਕੀ ਹੁੰਦੀ ਹੈ? ਤੁਹਾਡੇ ਗਿਲੇ ਕੀ ਸੀ ਔਰ ਉਹਨਾਂ ਨੂੰ ਦੂਰ ਕਰਨ ਲਈ ਕੀ ਹੱਥ ਕੰਡੇ ਬਣਾਏ? ਕਿਸ ਤਰ੍ਹਾਂ ਦੇ ਤੁਹਾਨੂੰ ਲਿਵਰ ਕੀਤਾ ਗਿਆ? ਕਿਵੇਂ ਤੁਹਾਨੂੰ ਲਾਰੇ ਵਾਅਦਿਆਂ 'ਚ ਉਹ ਗੱਲਬਾਤ ਦੱਸੋਗੇ ਜਰਾ ਵੀ? ਗੱਲਬਾਤ ਆਖਰੀ ਵਾਰ ਕੀ ਹੋਈ ਜਿਸ ਤੋਂ ਬਾਅਦ ਤੁਹਾਨੂੰ ਲੱਗਿਆ ਕਿ ਹੁਣ ਹੋਰ ਨਹੀਂ? ਰੰਧਾਵਾ ਸਾਹਿਬ ਜੀ, ਮੈਂ ਤੁਹਾਨੂੰ ਦੱਸਦਾ ਵੀ ਪਿਛਲੇ 2 ਮਹੀਨਿਆਂ ਤੋਂ ਲੈ ਕੇ ਲਗਾਤਾਰ ਗੱਲਬਾਤ ਜਾਰੀ ਸੀ। ਸਭ ਤੋਂ ਪਹਿਲਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਸਾਡੇ ਹਲਕੇ ਨੂੰ ਬੁਲਾਇਆ ਬਾਦਲ ਪਿੰਡ ਵਿਖੇ, ਔਰ ਹਲਕੇ ਦੇ ਵਿੱਚ ਸਾਡੇ ਇਹ 7 ਹਲਕੇ ਦੇ ਵਿੱਚ ਜਿਹੜੇ ਸਰਕਲ ਜਥੇਦਾਰ ਸੀ ਉਹ ਸ਼ਾਮਲ ਸਨ ਸਰਕਲ ਦੇ ਨਾਲ, ਔਰ ਮੈਂ ਦਾਸ ਮਿੱਠੂ ਸਿੰਘ ਕਾਨੇ ਤੇ ਔਰ ਸਰਦਾਰ ਮਨਜੀਤ ਸਿੰਘ ਜੀ ਬੱਪੀਆਣਾ ਜੋ ਧਰਮ ਪ੍ਰਚਾਰ ਕਮੇਟੀ ਦਾ ਮੈਂਬਰ ਵੀ ਹੈ, ਮਾਨਸਾ ਹਲਕੇ ਨੂੰ ਬਿਲੋਂਗ ਕਰਦਾ ਹੈ, ਔਰ ਸਾਡੇ ਇਹ ਜੋ ਹਲਕਾ ਇੰਚਾਰਜ ਸਨ ਸਰਦਾਰ ਜਗਦੀਪ ਸਿੰਘ ਨਕਾਈ ਸਾਹਿਬ, ਉਹ ਵੀ ਹਾਜ਼ਰ ਸਨ। ਤਾਂ ਉੱਥੇ ਜਦੋਂ ਪਾਰਟੀ ਦੀ ਗੱਲ ਚੱਲੀ ਤਾਂ ਸਰਦਾਰ ਸੁਖਬੀਰ ਸਿੰਘ ਜੀ ਬਾਦਲ, ਸਤਿਕਾਰਯੋਗ ਸਰਦਾਰ ਨੇ ਮਤਲਬ ਹਰਸਿਮਰਤ ਕੌਰ ਬਾਦਲ, ਇਹ ਦੋਨਾਂ ਨੇ ਮੀਟਿੰਗ ਸਾਡੀ ਲਈ। ਦੋਨਾਂ ਨੇ ਜਦੋਂ ਪਾਰਟੀ ਪ੍ਰਤੀ ਗੱਲਬਾਤ ਸ਼ੁਰੂ ਕੀਤੀ ਤਾਂ ਅਸੀਂ ਇਹਨਾਂ ਨੂੰ ਦੱਸਿਆ ਕਿ ਪਾਰਟੀ ਹੈ ਜਿਹੜੀ ਨਾ ਤਾਂ ਪਿਛਲੇ 10 ਸਾਲ ਜਿੰਨਾ ਚਿਰ ਰਾਜ ਭਾਗ ਰਿਹਾ ਆਪਣਾ, ਉਦੋਂ ਪਾਰਟੀ ਵਰਕਰਾਂ ਦੀ ਕੋਈ ਸੁਣਵਾਈ ਹੋਈ ਹੈ, ਔਰ ਨਾਲੇ ਦੂਜੇ ਪਾਸੇ ਜਿਹੜੀ ਪਾਰਟੀ ਦੇ ਜਿਹੜਾ ਜਥੇਬੰਦਕ ਪੱਖ ਹੈਗਾ ਉਹ ਵੀ ਬੜਾ ਲੜਖੜਾਇਆ ਰਿਹਾ, ਔਰ ਪਾਰਟੀ ਦੇ ਜੋ ਸਿਧਾਂਤਕ ਤੌਰ ਤੇ ਜੋ ਪਾਰਟੀ ਦੀਆਂ ਨੀਤੀਆਂ ਨੇਗੀਆਂ ਉਹਨਾਂ ਤੇ ਵੀ ਪਾਰਟੀ ਵਾਸਤੇ ਹੋਈ ਗਈ। ਅਸੀਂ ਇਹਨਾਂ ਨਾਲ ਤਕਰੀਬਨ 50 ਮਿੰਟ ਜੋ ਗੱਲਬਾਤ ਵੱਖ-ਵੱਖ ਸਾਡੇ ਸਰਕਲ ਦੇ ਵਿੱਚ, ਸਾਡੇ ਮਾਨਸਾ ਹਲਕੇ ਦੇ ਵਿੱਚ ਜਿੰਨੇ ਵੀ ਜ਼ਿੰਮੇਵਾਰ ਨੁਮਾਇੰਦੇ ਸੀ ਉਹਨਾਂ ਨੇ ਗੱਲ ਕੀਤੀ। ਉਹਨਾਂ ਚੋਂ ਬਹੁਤਿਆਂ ਨੇ ਇਹੀ ਗੱਲ ਕੀਤੀ ਵੀ ਸਾਡੀ ਰਾਜ ਭਾਗ ਦੌਰਾਨ ਸਾਡੀ ਕੋਈ ਸੁਣਵਾਈ ਨਹੀਂ ਹੋਈ। ਰਾਜ ਭਾਗ ਦੇ ਵਿੱਚ ਵੀ ਜੋ ਪੁਲਿਸ ਤੇ ਮਾਲ ਵਿਭਾਗ ਸੀ ਇਹਦੇ ਵਿੱਚ ਉਵੇਂ ਜੇਕਰ ਭ੍ਰਿਸ਼ਟਾਚਾਰ ਫੈਲਿਆ ਹੋਇਆ ਜਿਵੇਂ ਹੁਣ ਕਾਂਗਰਸ ਦੇ ਰਾਜ ਵਿੱਚ ਹੈ। ਸੋ ਇਹੋ ਜਿਹਾ ਜਿਹੜੀ ਗੱਲਬਾਤ ਆ ਜਿਹੜੀ ਉਦੋਂ ਹੋਈ। ਉਸ ਤੋਂ ਬਾਅਦ ਫਿਰ ਅਸੀਂ 8 SGPC ਮੈਂਬਰ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਨੂੰ ਮਿਲੇ ਔਰ ਉਹਨਾਂ ਨੂੰ ਦੱਸਿਆ ਕਿ ਕਿਵੇਂ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਆਪਣਾ ਜਿਹੜਾ ਪ੍ਰਬੰਧ ਹੈ ਉਹ ਠੀਕ ਨਹੀਂ ਚੱਲ ਰਿਹਾ। ਮੁਲਾਜ਼ਮਾਂ ਦੀਆਂ ਜਿਹੜੀਆਂ ਬਦਲੀਆਂ ਨਾ ਮਰਮਰਜ਼ੀ ਨਾਲ ਕੀਤੀਆਂ ਜਾ ਰਹੀਆਂ ਨੇ, ਬਗੈਰ ਮੁਲਾਜ਼ਮਾਂ ਦੀ ਸ਼ਿਕਾਇਤ ਤੋਂ, ਬਗੈਰ ਪੜਤਾਲ ਤੋਂ ਜਿਹੜੀਆਂ ਬਦਲੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ। ਇਸ ਦੇ ਨਾਲ ਹੀ ਅਸੀਂ ਸੁਖਬੀਰ ਜੀ ਨੂੰ ਇਹ ਵੀ ਗੱਲ ਰੱਖੀ ਕਿ ਜੋ ਮਤਲਬ ਇਸ ਵਕਤ ਖਰੀਦੋ ਫਰੋਖਤ ਹੋ ਰਹੀ ਹੈ, ਜੋ ਟੈਂਡਰ ਹੋ ਰਹੇ ਨੇ, ਟੈਂਡਰਾਂ ਦੇ ਵਿੱਚ ਜੋ ਦੇਸੀ ਘਿਓ ਖਰੀਦਿਆ ਜਾ ਰਿਹਾ ਹੈਗਾ, ਉਹ ਦੇਸੀ ਘਿਓ ਦੀ ਜਿਹੜੀ ਹੁਣ ਕੁਆਲਿਟੀ ਹੈਗੀ ਉਹ ਬਹੁਤੀ ਅੱਛੀ ਨਹੀਂ, ਔਰ ਉਹ ਪ੍ਰਾਈਵੇਟ ਕੰਪਨੀ ਤੋਂ ਦੇਸੀ ਘਿਓ ਖਰੀਦਿਆ ਗਿਆ, ਜਦੋਂ ਕਿ ਪਿਛਲੇ 2 ਸਾਲਾਂ ਤੋਂ ਲੈ ਕੇ ਉਹ ਵੇਰਕਾ ਦੀ ਜਿਹੜਾ ਹੈਗਾ ਮਤਲਬ ਵੇਰਕਾ ਉਤਪਾਦਕ ਅਰਧ ਸਰਕਾਰੀ ਅਦਾਰਾ ਜਿਹੜਾ ਉਹਨਾਂ ਤੋਂ ਖਰੀਦਿਆ ਜਾ ਰਿਹਾ ਸੀ, ਘਿਓ ਦੀ ਕੁਆਲਿਟੀ ਵਧੀਆ ਸੀ। ਉੱਥੇ ਕੋਈ ਸਾਨੂੰ ਪੁਸ਼ਟੀ ਨਾ ਹੋਈ। ਅਸੀਂ ਫਿਰ ਮੈਂ ਫਿਰ ਪਿਛਲੇ ਤਕਰੀਬਨ 1 ਮਹੀਨਾ ਪਹਿਲਾਂ
ਅਖਬਾਰਾਂ ਦੇ ਵਿੱਚ ਵੀ ਬਿਆਨ ਜਾਰੀ ਕੀਤਾ ਕਿ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇਹ ਘਿਓ ਦੀ ਕੁਆਲਿਟੀ ਹੈ ਜਿਹੜੀ ਇਹ ਚੈੱਕ ਕਰਾ ਲੈਣੀ ਚਾਹੀਦੀ ਹੈ। ਅਗਰ ਇਹਦੀ ਘਿਓ ਦੀ ਕੁਆਲਿਟੀ ਜਿਹੜਾ ਪ੍ਰਾਈਵੇਟ ਕੰਪਨੀ ਤੋਂ ਖਰੀਦਿਆ ਗਿਆ ਹੈਗਾ ਉਹ ਦੀ ਕੁਆਲਿਟੀ ਜੇ ਮਾੜੀ ਹੈਗੀ, ਵੇਰਕਾ ਤੋਂ ਸਟੈਂਡਰਡ ਉਹਦਾ ਘੱਟ ਹੈ, ਤਾਂ ਇਹ ਟੈਂਡਰ ਜਿਹੜਾ ਉਹ ਕੈਂਸਲ ਕਰ ਦੇਣਾ ਚਾਹੀਦਾ। ਕਿਉਂਕਿ ਮੈਂ ਜਦੋਂ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਮਿਲੇ 8 ਮੈਂਬਰ, ਉਹ ਸਾਰੇ ਪਰੇਸ਼ਾਨ ਸੀ ਮੈਂਬਰ, ਉਹ ਸਾਰੇ ਸਹਿਮਤ ਸੀਗੇ ਇਸ ਗੱਲ ਤੇ? ਸਾਰੇ ਪਰੇਸ਼ਾਨ ਸੀਗੇ। ਉਹਨਾਂ ਨੂੰ ਸੁਖਬੀਰ ਜੀ ਨੇ ਸਗੋਂ ਇੱਕ ਸਾਨੂੰ ਜਿਹੜੀ ਗੱਲ ਚ ਵੀ ਉਹ ਇਹ ਕਹਿਤੀ ਕਿ 5 ਬੰਦੇ ਆਉਂਦੇ ਨੇ 5 ਬੰਦੇ ਜਾਂਦੇ ਰਹਿੰਦੇ ਨੇ ਕਿ ਇਹ ਪਾਰਟੀਆਂ ਨੂੰ ਕੋਈ ਫਰਕ ਨਹੀਂ ਪੈਂਦਾ। ਅਸੀਂ ਆਖਿਆ ਵੀ ਤੁਸੀਂ ਸਾਡੇ ਪ੍ਰਧਾਨ ਹੋ, ਅਸੀਂ ਤਾਂ ਤੁਹਾਡੇ ਕੋਲੇ ਆਪਦਾ ਜੋ ਦੁੱਖ ਹੈਗਾ ਉਹ ਲੈ ਕੇ ਆਏ ਆ। ਜੋ ਪਾਰਟੀ ਜੋ ਠੀਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜੋ ਕੰਮਕਾਰ ਨਹੀਂ ਹੋ ਰਿਹਾ ਉਹਦੀ ਸੁਣਵਾਈ ਲਈ ਤੁਹਾਡੇ ਕੋਲ ਆਏ ਆ। ਸੁਣਨਾ ਤੁਹਾਡੀ ਮਰਜ਼ੀ ਹੈ, ਨਹੀਂ ਸੁਣਨਾ ਤੁਹਾਡੀ ਮਰਜ਼ੀ ਹੈ ਜੀ। ਨਹੀਂ, ਤੁਸੀਂ ਮਤਲਬ ਤੁਹਾਨੂੰ ਉਹ ਜਿਹੜਾ ਮੁੱਦਾ ਲੈ ਕੇ ਗਏ ਸੀ ਉਹਨੂੰ ਸੁਣਨ ਦੀ ਬਜਾਏ ਤੁਹਾਨੂੰ ਇਹ ਕਹਿ ਦਿੱਤਾ ਗਿਆ ਕਿ ਜਿਹੜੇ ਜਾਂਦੇ ਆ ਜਾਣ, ਜਿਹੜੇ ਆਉਂਦੇ ਆਉਣ, ਕੀ ਫਰਕ ਪੈਂਦਾ? ਹਾਂ, ਉਹਦੇ ਵਿੱਚ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਸੀ, ਨਾਲ ਗੋਬਿੰਦ ਸਿੰਘ ਜੀ ਲੌਂਗੋਵਾਲ ਸੀ। ਦੋਨਾਂ ਨੇ ਸਾਡੀ ਉਹ ਮੀਟਿੰਗ ਲੈਤੀ। ਬੀਬਾ ਹਰਸਿਮਰਤ ਕੌਰ ਬਾਦਲ ਵੀ ਵਿੱਚ ਬੈਠੇ ਸਨ। ਜਦੋਂ ਅਸੀਂ ਇੱਕ ਤੋਂ ਇੱਕ ਬਾਅਦ ਜਿਹੜੀਆਂ ਬਦਲੀਆਂ ਹੋਈਆਂ ਸੀਗੀਆਂ ਤਖਤ ਦਮਦਮਾ ਸਾਹਿਬ ਵਿਖੇ, ਉਹਨਾਂ ਦੀ ਵੀ ਗੱਲ ਕੀਤੀ ਵੀ ਇਹ ਗੈਰ ਮਤਲਬ ਇਹ ਬਿਨਾਂ ਸ਼ਿਕਾਇਤ ਪੜਤਾਲ ਤੋਂ ਕੀਤੀਆਂ ਗਈਆਂ ਨੇ, ਇਹਨਾਂ ਬਦਲੀਆਂ ਦਾ ਕੋਈ ਤਰਕ ਨਹੀਂ ਸੀਗਾ। ਤੇ ਨਾਲ ਹੀ ਜਦੋਂ ਅਸੀਂ ਇਹ ਦੱਸਿਆ ਕਿ ਇਹ ਜਿੱਥੇ ਮੁਲਾਜ਼ਮ ਵਧੀਆ ਕੰਮ ਕਰ ਰਹੇ ਨੇ ਉੱਥੇ ਜੇ ਕਰਪਸ਼ਨ ਦਾ ਬੋਲਬਾਲਾ ਆਉਣ ਕਰਕੇ ਉਹਨਾਂ ਨੂੰ ਉੱਥੋਂ ਬਦਲ ਦਿੱਤਾ ਜਾਂਦਾ ਹੈ, ਔਰ ਕਰਪਸ਼ਨ ਵਾਲੇ ਥਾਂ ਦੇ ਉੱਤੇ ਅੱਛੇ ਮੁਲਾਜ਼ਮ ਨੇ ਜਿਹੜੇ ਉਹ ਕੰਮ ਕਰਨਾ ਨਹੀਂ, ਉਹਨਾਂ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾ ਰਿਹਾ। ਸੋ ਜਿਹੜੇ ਪੱਖ ਸੀ ਸਾਡੇ ਅਸੀਂ ਰੱਖੇ, ਜੋ ਸੁਖਬੀਰ ਜੀ ਦੇ ਸਾਹਮਣੇ ਰੱਖੇ। ਸੁਖਬੀਰ ਜੀ ਨੂੰ ਅਸੀਂ ਇੱਥੋਂ ਤੱਕ ਵੀ ਦੱਸਿਆ ਵੀ ਆਪਣੇ ਰਾਜ ਭਾਗ ਦੇ ਵਿੱਚ ਕਿਵੇਂ ਪਹਿਲਾਂ ਤੁਹਾਡੇ ਹੁੰਦੇ ਵੀ ਕੁਝ ਬੰਦੇ ਨੇ ਜਿਹੜੇ ਉਹ ਰਿਸ਼ਵਤਾਂ ਲੈਂਦੇ ਰਹੇ, ਤੇ ਉਦਾਹਰਨਾਂ ਵੀ ਦਿੱਤੀਆਂ। ਅਸੀਂ ਕੋਲੇ ਨਾਲ ਸਬੂਤ ਵੀ ਲੈ ਕੇ ਗਏ ਸੀਗੇ। ਉਹਨਾਂ ਬੰਦਿਆਂ ਨੇ ਵੀ ਉੱਠ ਕੇ ਕਿਹਾ ਵੀ ਮੈਥੋਂ ਜਿਹੜਾ ਤੁਸੀਂ ਜਿਹਨੂੰ ਤੁਸੀਂ ਅਹੁਦੇਦਾਰੀਆਂ ਦਿੱਤੀਆਂ ਨੇ ਗਏ ਨੇ 3,40,000 ਰੁਪਇਆ ਪ੍ਰਾਪਤ ਕੀਤਾ ਹੈਗਾ, ਉਹਨੇ ਉੱਠ ਕੇ ਕਿਹਾ ਸੁਖਬੀਰ ਜੀ ਨੂੰ। ਪਰ ਇਸ ਗੱਲ ਦੇ ਉੱਤੇ ਉਹਨਾਂ ਨੇ ਕੋਈ ਐਕਸ਼ਨ ਨਹੀਂ ਲੈਤਾ। ਇਹ ਸਾਰੀਆਂ ਗੱਲਾਂ ਉੱਤੇ ਕੋਈ ਉਹਨਾਂ ਨੇ ਐਕਸ਼ਨ ਲੈਤਾ ਵੀ ਬਦਲੀਆਂ ਕਿਉਂ ਹੋ ਰਹੀਆਂ ਨੇ, ਮੁਲਾਜ਼ਮਾਂ ਵਾਸਤੇ ਕੋਈ ਨਿਯਮ ਹੀ ਬਣਾ ਦਿੱਤੇ ਜਾਣ ਬਦਲੀਆਂ ਦੇ, ਤੇ ਤਾਂ ਕਿ ਇਹ ਬਦਲੀਆਂ ਜਿਹੜੀਆਂ ਕੋਈ ਨਿਯਮ ਮੁਤਾਬਕ ਹੋਣ। ਬਿਨਾਂ ਵਜ੍ਹਾ ਤੋਂ ਕਿਸੇ ਮੁਲਾਜ਼ਮ ਨੂੰ ਇੱਕ ਥਾਂ ਤੋਂ 200 ਕਿਲੋਮੀਟਰ ਦੂਰ 150 ਕਿਲੋਮੀਟਰ ਦੂਰ ਨਾ ਬਦਲਿਆ ਜਾਵੇ, ਉਹਨੂੰ ਐਵੇਂ ਜਿਹੜੀਆਂ ਆਪਸੀ ਰੰਜਿਸ਼ਾਂ ਜਿਹੜੀਆਂ ਉਹਨਾਂ ਵਿੱਚ ਨਾ ਪਿਆ ਜਾਵੇ। ਪਰ ਇਹ ਗੱਲਾਂ ਦੀ ਸੁਣਵਾਈ ਰੰਧਾਵਾ ਸਾਹਿਬ ਸਾਡੀ ਉਹ ਵੀ ਨਹੀਂ ਹੋਈ। ਅੱਛਾ, ਜਦੋਂ ਤੁਸੀਂ ਉੱਥੇ ਗਏ ਹੋ ਔਰ ਤੁਹਾਨੂੰ ਜਦੋਂ ਉੱਠੇ ਹੋ ਵਾਪਸੀ ਤੇ, ਮਤਲਬ ਤੁਸੀਂ ਤਸੱਲੀ ਚ ਨਹੀਂ ਸੀ? ਤੁਹਾਡੀ ਗੱਲਬਾਤ ਨੂੰ ਸੁਣਿਆ ਜ਼ਰੂਰ ਗਿਆ ਲੇਕਿਨ ਕੋਈ ਭਰੋਸਾ ਨਹੀਂ ਦਿੱਤਾ ਗਿਆ ਨਾ। ਉੱਥੇ ਸੁਣਵਾਈ ਹੋਈ ਜੀ। ਉਸ ਤੋਂ ਬਾਅਦ ਸਰਦਾਰ ਸੁਖਬੀਰ ਸਿੰਘ ਜੀ ਬਾਦਲ 31 ਜੁਲਾਈ ਨੂੰ ਮਾਨਸਾ ਵਿਖੇ ਸਰਦਾਰ ਸੁਖਵਿੰਦਰ ਸਿੰਘ ਜੀ ਜੋ ਸਾਬਕਾ ਵਿਧਾਇਕ ਰਹੇ ਨੇ ਕਿ ਮਾਨਸਾ ਦੇ, ਉਹਨਾਂ ਦੇ ਘਰ ਵੀ ਪਹੁੰਚੇ। ਉੱਥੇ ਦਾਸ ਨੂੰ ਵੀ ਬੁਲਾਇਆ ਗਿਆ ਤੇ ਸਰਦਾਰ ਮਨਜੀਤ ਸਿੰਘ ਜੀ ਬੱਪੀਆਣਾ, ਅਸੀਂ ਤਿੰਨਾਂ ਨੇ ਫੇਰ ਇੱਕ ਬੰਦ ਕਮਰੇ 'ਚ ਮੀਟਿੰਗ ਕੀਤੀ ਜਿਹਦੇ ਵਿੱਚ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ ਸਾਹਿਬ, ਸਰਦਾਰ ਸਿਕੰਦਰ ਸਿੰਘ ਜੀ ਮਲੂਕਾ ਸਾਹਿਬ ਤੇ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਦੇ ਨਾਲ ਸਨ। ਅਸੀਂ ਉੱਥੇ ਵੀ ਗੱਲਬਾਤ ਕੀਤੀ। ਅੱਛਾ, ਉੱਥੇ ਵੀ ਦੱਸਿਆ ਕਿਵੇਂ ਪੰਥਕ ਕਿਵੇਂ ਸਾਨੂੰ ਅਕਾਲੀ ਦਲ ਦੇ ਤੌਰ ਤੇ ਜੋ ਮਤਲਬ ਕਿਵੇਂ ਸਾਨੂੰ ਵੱਖ ਕੀਤਾ ਜਾ ਰਿਹਾ ਹੈ, ਕਿਵੇਂ ਸਾਨੂੰ ਇਗਨੋਰ ਕੀਤਾ ਜਾ ਰਿਹਾ ਹੈ, ਕਿਵੇਂ ਜੋ ਜਥੇਬੰਦਕ ਪੱਖ ਹੈ ਉਹ ਆਪਣਾ ਮਾਨਸਾ ਜ਼ਿਲ੍ਹੇ ਵਿੱਚ ਜੋ ਵਰਕਿੰਗ ਹੈਗੀ ਉਹ ਗਲਤ ਹੈਗੀ, ਔਰ ਕਿਵੇਂ ਬੁਨਿਆਦੀ ਨੀਤੀਆਂ ਤੋਂ ਅਕਾਲੀ ਦਲ ਭੜਕ ਚੁੱਕੇਗਾ। ਅਸੀਂ ਫੇਰ ਕਿਹਾ ਵੀ ਕਿਸਾਨੀ ਮਸਲਾ ਜਿਹੜਾ ਇੱਕ ਬਹੁਤ ਅਹਿਮ ਮਸਲਾ ਹੈ। ਅੱਜ ਕਿਸਾਨਾਂ ਦੇ ਜਿਹੜੇ 3 ਆਰਡੀਨੈਂਸ ਜਾਰੀ ਕੀਤੇ ਨੇ ਕੇਂਦਰ ਨੇ, ਇਹ ਪੰਜਾਬ ਦੇ ਵਿੱਚ ਕਿਸਾਨ ਜਥੇਬੰਦੀਆਂ ਪਿੰਡਾਂ ਵਿੱਚ ਜਾ ਕੇ ਪ੍ਰਚਾਰ ਕਰ ਰਹੀਆਂ ਨੇ, ਉਹਦਾ ਵਿਰੋਧ ਕਰ ਰਹੀਆਂ ਨੇ। ਉੱਥੇ ਨਾਲ ਹੀ ਅਕਾਲੀ ਦਲ ਨੂੰ ਬਹੁਤ ਬੜਾ ਇਹਦੀ ਸ਼ਾਖ ਨੂੰ ਧੱਕਾ ਲੱਗ ਰਿਹਾ ਹੈ। ਅਕਾਲੀ ਦਲ ਨੂੰ ਜੋ ਇਹ ਫੈਸਲਾ ਕੇਂਦਰ ਨੇ ਕੀਤਾ ਹੈ, ਕੇਂਦਰ ਤੇ ਦਬਾਅ ਪਾਉਣਾ ਚਾਹੀਦਾ ਹੈ ਕਿ ਉਹ ਆਰਡੀਨੈਂਸ ਜੇ ਵਾਪਸ ਲੈਣੇ ਚਾਹੀਦੇ ਨੇ। ਉਹ ਆਰਡੀਨੈਂਸ ਜਿਹੜੇ ਨੇ ਕਿਸਾਨ ਵਿਰੋਧੀ ਨੇ, ਪਰ ਕੋਈ ਉਸ ਗੱਲ ਦੇ ਉੱਤੇ ਕੋਈ ਸਾਨੂੰ ਉੱਤਰ ਤਸੱਲੀ ਬਖਸ਼ ਨਹੀਂ ਮਿਲਿਆ। ਇਵੇਂ ਜੇਕਰ ਟੈਂਡਰਾਂ ਵਾਲਾ ਮਸਲਾ ਜਿਹੜਾ ਸੀਗਾ ਉਹਦੇ ਤੇ ਜਦੋਂ ਦਾਸ ਨੂੰ ਪੁੱਛਿਆ ਗਿਆ ਕਿ ਮਾਸਟਰ ਜੀ ਤੁਸੀਂ ਅਖਬਾਰਾਂ 'ਚ ਖਬਰਾਂ ਬਹੁਤ ਲਵਾਉਂਦੇ ਹੋ, ਤਾਂ ਅਸੀਂ ਕਿਹਾ ਵੀ ਅਖਬਾਰਾਂ 'ਚ ਖਬਰਾਂ ਸਾਨੂੰ ਆਖਰ ਵਿੱਚ ਲਵਾਉਣ ਵਾਸਤੇ ਮਜਬੂਰ ਹੋਣਾ ਪੈਂਦਾ ਹੈ ਜਦੋਂ ਪਾਰਟੀ ਦੇ ਅੰਦਰ ਕੋਈ ਸੁਣਵਾਈ ਨਹੀਂ ਹੁੰਦੀ, ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਬਾਰ-ਬਾਰ ਕਹਿਣ ਤੇ ਵੀ ਕੋਈ ਸੁਣਵਾਈ ਨਹੀਂ ਹੁੰਦੀ, ਅਮਲ ਨਹੀਂ ਹੁੰਦਾ, ਤਾਂ ਫਿਰ ਅਸੀਂ ਇਹ ਪੱਖ ਹੈ ਜਿਹੜਾ
ਇਹ ਅਖਬਾਰ ਵਿੱਚ ਤਾਂ ਲੈ ਕੇ ਗਏ ਹੈਗੇ ਕਿ ਟੈਂਡਰ ਨੇ ਜਿਹੜੇ ਦੁਬਾਰਾ ਕੁਆਲਿਟੀ ਮੁਤਾਬਕ ਚੰਗੀ ਕੁਆਲਿਟੀ ਹੈ ਜਿਹੜੀ ਉਹਦਾ ਘਿਓ ਖਰੀਦਿਆ ਜਾਵੇ, ਟੈਂਡਰ ਦੁਬਾਰਾ ਕੀਤੇ ਜਾਣ, ਜਿਹਦਾ ਹਾਲ ਤੱਕ ਮੈਨੂੰ ਉੱਤਰ ਨਹੀਂ ਆਇਆ, ਨਾ ਪ੍ਰਧਾਨ ਨੇ ਕੋਈ ਫੈਸਲਾ ਕੀਤਾ। ਮੈਨੂੰ ਇਹ ਦੱਸਿਓ ਕਿ ਜਦੋਂ ਸਰਦਾਰ ਸੁਖਬੀਰ ਸਿੰਘ ਬਾਦਲ ਅਖੀਰ 'ਚ ਤੁਹਾਨੂੰ ਮਨਾਉਣ ਲਈ ਆਉਂਦੇ ਨੇ, ਔਲਖ ਦੇ ਘਰੇ ਤੁਸੀਂ ਬੈਠਦੇ ਹੋ, ਉਸ ਤੋਂ ਪਹਿਲਾਂ ਮਲੂਕਾ ਸਾਹਿਬ ਤੇ ਭੁੰਦੜ ਸਾਹਿਬ ਤੁਹਾਡੇ ਨਾਲ ਬੈਠਦੇ ਆ, ਅਖੀਰ ਦੇ ਵਿੱਚ ਉਦੋਂ ਤੱਕ ਸੁਖਬੀਰ ਸਿੰਘ ਬਾਦਲ ਨੂੰ ਇਹ ਅੰਦਾਜ਼ਾ ਹੋ ਚੁੱਕਿਆ ਸੀ ਕਿ ਤੁਸੀਂ ਜਾ ਰਹੇ ਹੋ, ਤੁਸੀਂ ਪਾਰਟੀ ਦੇ ਨਾਲ ਨਹੀਂ ਰਹੋਗੇ। ਫਿਰ ਉਸ ਮੌਕੇ ਤੇ ਤੁਹਾਨੂੰ ਕਿਸ ਤਰੀਕੇ ਨਾਲ ਸਮਝਾਉਣ ਦਾ ਯਤਨ ਕੀਤਾ ਗਿਆ? ਕੋਈ ਪਾਰਟੀ 'ਚ ਨੀਤੀਆਂ 'ਚ ਤਬਦੀਲੀ ਲਈ ਤੁਹਾਨੂੰ ਭਰੋਸਾ ਦਿੱਤਾ ਗਿਆ? ਤੁਹਾਨੂੰ ਕੋਈ ਸਿਆਸੀ ਸ਼ਕਤੀ ਦੇਣ ਲਈ ਭਰੋਸਾ ਦਿੱਤਾ ਗਿਆ? ਤੁਹਾਨੂੰ ਰੋਕਣ ਲਈ ਕਿਹੜੇ ਹੱਥ ਕੰਡੇ ਜਾਂ ਕਿਹੜੇ ਤੌਰ ਤਰੀਕੇ ਅਪਣਾਏ ਗਏ, ਕਿਉਂਕਿ ਤੁਹਾਡੀ ਮੀਟਿੰਗ ਬੜਾ ਲੰਬਾ ਸਮਾਂ ਲਗਭਗ ਘੰਟੇ ਤੋਂ ਵੱਧ ਚੱਲੀ ਸੀ? ਆਖਰ ਵਾਰ ਹਰਜਿੰਦਰ ਸਿੰਘ ਰੰਧਾਵਾ ਸਾਹਿਬ ਇਹ ਉਹਨਾਂ ਨੇ ਸਿੱਟਾ ਕੱਢਿਆ ਵੀ ਤੁਹਾਡੇ ਨਾਲ ਜ਼ਿਆਦਤੀ ਵੀ ਹੋਈ ਹੈ, ਤੁਹਾਨੂੰ ਇਗਨੋਰ ਵੀ ਕੀਤਾ ਗਿਆ ਹੈਗਾ, ਤੁਹਾਡੇ ਨਾਲ ਜੋ ਕੁਝ ਤੁਸੀਂ ਬਹੁਤਾ ਕੁਝ ਕਹਿ ਰਹੇ ਹੋ ਉਹ ਠੀਕ ਹੈ, ਕਿਉਂਕਿ ਅਸੀਂ ਜੋ ਕੁਝ ਕਹਿ ਰਹੇ ਸੀ ਉਹ ਸਮੇਂ-ਸਮੇਂ ਸਿਰ ਸਰਦਾਰ ਬਲਵਿੰਦਰ ਸਿੰਘ ਭੁੰਦੜ ਨੂੰ, ਸਰਦਾਰ ਸਿਕੰਦਰ ਸਿੰਘ ਮਲੂਕਾ ਨੂੰ ਦੱਸਦੇ ਵੀ ਰਹੇ ਹਾਂ। ਪਿਛਲੇ ਮਤਲਬ ਸਮੇਂ ਦੇ ਵਿੱਚ ਪਿਛਲੇ 3-4 ਸਾਲਾਂ ਤੋਂ ਲੈ ਕੇ ਲਗਾਤਾਰ ਦੱਸਦੇ ਰਹੇ ਹਾਂ ਵੀ ਕਿਵੇਂ ਸਾਡੇ ਕੰਮ ਰੋਕੇ ਜਾਂਦੇ ਨੇ, ਕਿਵੇਂ ਸਾਨੂੰ ਇਗਨੋਰ ਕੀਤਾ ਜਾ ਰਿਹਾ, ਕਿਵੇਂ ਮਤਲਬ ਪਾਰਟੀ ਹੈ ਜਿਹੜੀ ਉਹ ਸਾਨੂੰ ਨਾਲ ਲੈ ਕੇ ਨਹੀਂ ਤੁਰ ਰਹੀ, ਜਿਹਦੇ ਦੇ ਵਿੱਚ ਪਤਾ ਨਹੀਂ ਕਿੱਥੋਂ ਹਦਾਇਤਾਂ ਆਉਂਦੀਆਂ ਨੇਗੀਆਂ। ਉਹਨਾਂ ਦੀ ਜਦੋਂ ਸਾਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਇਹ ਗੱਲ ਪ੍ਰਵਾਨ ਕੀਤੀ ਕਿ ਅਸੀਂ ਤੁਹਾਨੂੰ ਇਹ ਸਮਝਦੇ ਹਾਂ ਕਿ ਤੁਹਾਨੂੰ ਤੁਹਾਡੇ ਨਾਲ ਧੱਕਾ ਹੋਇਆ, ਤੁਹਾਨੂੰ ਇਗਨੋਰ ਵੀ ਕੀਤਾ ਜਾਂਦਾ ਰਿਹਾ ਤੇ ਅੱਗੇ ਤੋਂ ਇਗਨੋਰ ਨਹੀਂ ਕੀਤਾ ਜਾਊਗਾ। ਅਸੀਂ ਆਖਿਆ ਵੀ ਦੇਖੋ ਅਸੀਂ ਜੋ ਤੁਹਾਡਾ ਗੱਲਬਾਤ ਕੀਤੀ ਹੈ ਔਰ ਇਹ ਗੱਲਬਾਤ ਅਸੀਂ ਆਪਦੇ ਵਰਕਰਾਂ ਵਿੱਚ ਜਿਹੜੇ ਸਾਡੇ ਨਾਲ ਅੱਜ ਸਹਿਮਤ ਸਨ ਕਿ ਸਾਨੂੰ ਅਜਿਹੀ ਸਥਿਤੀ ਦੇ ਵਿੱਚ ਉਹਨਾਂ ਤੋਂ ਫੀਡਬੈਕ ਹੈ ਜਿਨ੍ਹਾਂ ਨੇ ਸਾਨੂੰ ਜਿਤਾਇਆ ਉਹ ਅਸੀਂ ਲੈਣ ਜਾ ਰਹੇ ਹਾਂ। ਤੁਹਾਡੇ ਨਾਲ ਜੋ ਗੱਲਬਾਤ ਹੋਈ ਹੈ, ਜਿੰਨੀ ਗੱਲਬਾਤ ਹੋਈ ਹੈ, ਅਸੀਂ ਉਹ ਗੱਲਬਾਤ ਉਹਨਾਂ ਕੋਲੇ ਰੱਖਾਂਗੇ ਔਰ ਉਹਨਾਂ ਨੇ ਜੋ ਸਾਨੂੰ ਉਹਨਾਂ ਨੇ ਫਤਵਾ ਦਿੱਤਾ ਕਿ ਹੁਣ ਪਾਰਟੀ ਨੂੰ ਛੱਡਿਆ ਜਾਵੇ ਜਾਂ ਪਾਰਟੀ ਵਿੱਚ ਰਿਹਾ ਜਾਵੇ, ਅਸੀਂ ਉੱਥੇ ਫੈਸਲਾ ਕਰਾਂਗੇ। ਅਸੀਂ ਤੁਹਾਡੇ ਨਾਲ ਹੁਣ ਕੋਈ ਸਹਿਮਤੀ ਹੈ ਜਿਹੜੀ ਉਸ ਕਿਸਮ ਦੀ ਨਹੀਂ ਦੇਣ ਨੂੰ ਤਿਆਰ, ਜਿਵੇਂ ਤੁਸੀਂ ਮੰਗਣਾ ਚਾਹੁੰਦੇ ਹੋ। ਸਰਦਾਰ ਸਾਹਿਬ, ਇਹ ਇੱਕ ਬੜਾ ਵੱਡਾ ਸਵਾਲ ਉੱਠਦਾ ਹੈ ਕਿ ਜਦੋਂ ਤੁਹਾਡੀ ਇਹ ਗੱਲ ਸੁਣ ਲਈ ਗਈ ਤੇ ਮੰਨ ਲਈ ਗਈ ਕਿ ਤੁਹਾਡੇ ਨਾਲ ਜ਼ਿਆਦਤੀ ਹੋਈ, ਹੁਣ ਇੱਕ ਬੰਨੇ ਸ਼੍ਰੋਮਣੀ ਕਮੇਟੀ ਦਾ ਮੈਂਬਰ ਬੈਠਾ, ਦੂਜੇ ਬੰਨੇ ਉਹਦੇ ਪਾਰਟੀ ਦਾ ਪ੍ਰਧਾਨ ਬੈਠਾ ਹੈ। ਜੇ ਇੱਕ ਸ਼੍ਰੋਮਣੀ ਕਮੇਟੀ ਮੈਂਬਰ ਨਾਲ ਜ਼ਿਆਦਤੀ ਹੋਈ, ਉਹਦਾ ਪ੍ਰਧਾਨ ਹੀ ਮੰਨ ਰਿਹਾ, ਤੇ ਜ਼ਿਆਦਤੀ ਕੀਤੀ ਕਿਹਨੇ? ਕੀ ਜਦੋਂ ਤੁਹਾਨੂੰ ਹੁਣ ਮਿਲਣ ਲਈ ਆਏ, ਇਸ ਤੋਂ ਪਹਿਲਾਂ ਵੀ ਕਦੇ ਮਿਲਣ ਲਈ ਆਏ? ਕਦੇ ਤੁਹਾਡੇ ਔਖੇ ਸੌਖੇ ਵੇਲੇ ਰਾਹ ਲੰਘਦੇ ਜਾਂਦੇ ਆ ਤੁਹਾਡੇ ਕੋਲ ਚਾਹ ਦਾ ਕੱਪ ਪੀਤਾ? ਕੀ ਤੁਹਾਡੇ ਪ੍ਰਧਾਨ ਦੀ ਤੁਹਾਡੇ ਨਾਲੋਂ ਇੰਨੀ ਦੂਰੀ ਸੀ ਕਿ ਉਹਨਾਂ ਨੂੰ ਲੱਗਿਆ ਕਿ ਹਾਂ ਯਾਰ ਮੇਰੇ ਇਹੋ ਜਿਹੇ ਵਰਕਰ ਜਿਹੜੇ ਮੈਂਬਰ ਵੀ ਨੇ 170 ਦੇ ਕਰੀਬ ਤੁਸੀਂ ਮੈਂਬਰ ਹੋ, ਇਹਨਾਂ ਨਾਲ ਰਾਬਤਾ ਰੱਖਣਾ ਕਿੰਨਾ ਔਖਾ ਹੈ? ਟੋਟਲ ਕੋਈ 200-250 ਬੰਦਾ ਤੇ ਹੁੰਦਾ ਮੈਂਬਰ ਐਸਸੀਪੀਸੀ ਔਰ ਐਮਐਲਏਜ਼ ਨੂੰ ਪਾ ਕੇ, ਤੇ ਇਹਨਾਂ ਲੋਕਾਂ ਨਾਲ ਵੀ ਰਾਬਤਾ ਨਹੀਂ ਰਿਹਾ। ਸੋ ਇਹ ਜ਼ਿੰਮੇਵਾਰੀ ਕਿਹਦੇ ਤੇ ਫਿਕਸ ਹੋਈ? ਜੇ ਪ੍ਰਧਾਨ ਕਹਿੰਦਾ ਕਿ ਤੁਹਾਡੇ ਨਾਲ ਧੱਕਾ ਹੋਇਆ, ਤੁਹਾਡੇ ਨਾਲ ਹੋਇਆ ਵੀ ਹੈ, ਫਿਰ ਇਹਦਾ ਮਤਲਬ ਹੈ ਕਿ ਜਿਹੜਾ ਸੰਪਰਕ ਪ੍ਰੋਪਰ ਨਹੀਂ ਸੀ ਹੈਗਾ। ਇਹ ਬਿਲਕੁਲ ਰੰਧਾਵਾ ਸਾਹਿਬ ਠੀਕ ਹੈ। ਸਾਨੂੰ ਜਦੋਂ ਪ੍ਰਧਾਨ ਦੀ ਚੋਣ ਹੁੰਦੀ ਉਦੋਂ ਮਹੀਨਾ ਪਹਿਲਾਂ 5-5 ਮਿੰਟ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰਾਂ ਨੂੰ, ਚਾਹੇ ਉਹ ਬਾਦਲ ਪਿੰਡ ਬੁਲਾਉਂਦੇ, ਚਾਹੇ ਉਹ ਚੰਡੀਗੜ੍ਹ ਬੁਲਾਉਂਦੇ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿੱਚ, ਉਹ ਤਕਰੀਬਨ ਹਰ ਸਾਲ 5 ਮਿੰਟ ਦਾ ਸਮਾਂ ਇੱਕ ਮੈਂਬਰ ਨੂੰ ਦਿੰਦੇ ਸਨ ਕਿ ਦੱਸੋ ਕਿ ਸ਼੍ਰੋਮਣੀ ਕਮੇਟੀ ਦੇ ਵਿੱਚ ਕਿਵੇਂ ਚੱਲ ਰਿਹਾ, ਤੁਸੀਂ ਕਿਹਨੂੰ ਪ੍ਰਧਾਨ ਚੁਣਨਾ ਹੈ। ਅਸੀਂ ਜੋ 5 ਮਿੰਟਾਂ ਵਿੱਚ ਜਿੰਨੀ ਗੱਲ ਕਰ ਸਕਦੇ ਸੀਗੇ ਉਹ ਇਹਨਾਂ ਨਾਲ ਪਿਛਲੇ ਸਮੇਂ 'ਚ ਲਗਾਤਾਰ ਪਿਛਲੇ 4 ਸਾਲ ਲਗਾਤਾਰ ਕਰਦੇ ਰਹੇ। ਜਿੱਥੋਂ ਤੱਕ ਰਹੀ ਗੱਲ ਸੁਖਬੀਰ ਜੀਆਂ ਵੱਲੋਂ ਇੱਥੇ ਆ ਕੇ ਗੱਲ ਕਰਨ ਦਾ, ਇਹ ਪਹਿਲੀ ਵਾਰੀ ਸਾਨੂੰ ਮੌਕਾ ਮਿਲਿਆ ਕਿ ਸਾਨੂੰ ਲਗਭਗ 1.25 ਘੰਟਾ ਜਿਹੜੀ ਸਾਡੇ ਨਾਲ ਗੱਲਬਾਤ ਹੈ ਜਿਹੜੀ ਉਹਨਾਂ ਦੀ ਹੋਈ। ਇਹ 31 ਜੁਲਾਈ ਦੀ ਗੱਲ ਹੈ ਜਦੋਂ ਇਹ ਉਹਨਾਂ ਨੇ ਲੰਮੀ ਚੌੜੀ ਸਾਡੇ ਨਾਲ ਗੱਲ ਕੀਤੀ। ਪਰ ਸਾਡੇ ਜੇ ਇਹ ਪਾਰਟੀ ਲੈਵਲ ਦੇ ਜਿਹੜੇ ਮੁੱਦੇ ਸੀਗੇ, ਜਥੇਬੰਦਕ ਮੁੱਦੇ ਸੀ, ਉਹਦੇ ਨਾਲ ਜਿਹੜੇ ਬੁਨਿਆਦੀ ਮੁੱਦੇ ਸੀਗੇ ਉਹਨਾਂ ਦੇ ਉੱਤੇ ਤਾਂ ਪਾਰਟੀ ਹੈ ਜਿਹੜੀ, ਕਿਉਂਕਿ ਉਹੀ ਸਟੈਂਡ ਲਈ ਤੁਰੀ ਜਾ ਰਹੀ ਹੈਗੀ, ਲੈਣ ਅੱਗੇ ਨੂੰ ਵੀ ਸੁਧਾਰ ਕਰਨ ਦਾ ਕੋਈ ਪਾਰਟੀ ਦਾ ਕੋਈ ਜਿਹੜਾ ਰਵੱਈਆ ਨਹੀਂ ਦਿਖ ਰਿਹਾ, ਜਿਸ ਕਰਕੇ ਸਾਨੂੰ ਪਾਰਟੀ ਤੋਂ ਵੱਖ ਹੋਣਾ ਹੀ, ਕਿਉਂਕਿ ਜਿਸ ਪਾਰਟੀ ਦੇ ਤੌਰ ਤੇ ਸਾਨੂੰ ਇਗਨੋਰ ਕੀਤਾ ਇਹ ਛੋਟੀਆਂ ਗੱਲਾਂ ਨੇ, ਪਾਰਟੀ ਦੇ ਤੌਰ ਤੇ ਜੇ ਸਾਨੂੰ ਪਾਰਟੀ ਦੇ ਵਿੱਚ ਬਣਦਾ ਰੁਤਬਾ ਨਹੀਂ ਦਿੱਤਾ ਇਹ ਛੋਟੀਆਂ ਗੱਲਾਂ ਨੇ। ਪਰ ਪਾਰਟੀ ਜੇਕਰ ਆਪਦੇ ਪੰਥਕ ਏਜੰਡੇ ਨੂੰ ਛੱਡਦੀ ਆ, ਆਪਦੇ ਬੁਨਿਆਦੀ ਜਿਹੜੇ ਏਜੰਡੇ ਨੇ ਕਿ ਉਹਨਾਂ ਤੋਂ ਪਾਸੇ ਹੋ ਕੇ ਤੁਰਦੀ ਹੈ, ਔਰ ਅਗਲੀ ਗੱਲ ਜੋ ਕਿਸਾਨਾਂ ਦੇ ਵਿੱਚ ਜੋ ਆਰਡੀਨੈਂਸ ਜਾਰੀ ਹੁੰਦੇ ਨੇ, ਕਿਸਾਨ ਵਿਰੋਧੀ ਆਰਡੀਨੈਂਸ ਜਾਰੀ ਹੁੰਦੇ ਨੇ, ਉਹਨਾਂ ਦੇ ਉਲਟ ਜਾ ਕੇ ਖੜਦੀ ਹੈ, ਔਰ ਜੋ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋ ਰਹੀਆਂ ਨੇ ਉਹਨਾਂ ਵਿੱਚ ਗੰਭੀਰਤਾ ਨਹੀਂ ਦਿਖਾ ਰਹੀ, ਤਾਂ ਫਿਰ ਸਾਨੂੰ ਪਾਰਟੀ ਤੋਂ
ਵੱਖ ਹੋਣ ਵਾਸਤੇ ਇਹ ਗੱਲਾਂ ਸੀਗੀਆਂ ਜਿਹੜੀਆਂ ਸਾਨੂੰ ਮਜਬੂਰ ਕੀਤਾ ਜਿਨ੍ਹਾਂ ਨੇ, ਇਸ ਕਰਕੇ ਇਹ ਪਾਰਟੀ ਨੂੰ ਅਲਵਿਦਾ ਕਿਹਾ। ਅੱਛਾ, ਇਨ ਦਾ ਮੇਨ ਟਾਈਮ ਸਰਦਾਰ ਸਾਹਿਬ ਤੁਹਾਡਾ ਜਿਹੜੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸੀਗੇ ਉਹਨਾਂ ਨੂੰ ਮਿਲਣ ਦਾ ਮੌਕਾ ਨਹੀਂ ਲੱਗਿਆ? ਤੁਹਾਨੂੰ ਨਹੀਂ ਲੱਗਿਆ ਕਿ ਸਾਰੀ ਉਮਰ ਕਿਸਾਨਾਂ ਦੀ ਵੋਟ ਲਈ ਆ ਅਕਾਲੀ ਦਲ ਨੇ, ਸਾਰੀ ਉਮਰ ਸਿੱਖਾਂ ਦੀ ਵੋਟ ਲਈ ਆ ਅਕਾਲੀ ਦਲ ਨੇ, ਇਹਨਾਂ ਦੋਵਾਂ ਮੁੱਦਿਆਂ ਤੋਂ ਥੋੜਾ ਪੈਰ ਪਿਛਾਂ ਹੋਇਆ? ਤੁਸੀਂ ਉਹ ਬੰਦਾ ਜਿਸ ਬੰਦੇ ਨੇ ਸਾਰੀ ਉਮਰ ਇਹੀ ਰਾਜਨੀਤੀ ਕਰਕੇ 5 ਸਾਲ ਮੁੱਖ ਮੰਤਰੀਸ਼ਿਪ ਹੰਡਾਈ, ਤੁਸੀਂ ਉਹਦੇ ਦਰ ਤੱਕ ਨਹੀਂ ਗਏ, ਉਹਦੇ ਦਰਵਾਜ਼ੇ ਤੱਕ ਨਹੀਂ ਗਏ, ਉਹਨਾਂ ਨਾਲ ਗੱਲਬਾਤ ਨਹੀਂ ਹੋਈ ਤੁਹਾਡੀ ਇਨ ਦਾ ਮੇਨ ਟਾਈਮ? ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਦੀ ਜਿਹੜੀ ਸਿਹਤ ਹੈ ਜੀ, ਉਹ ਪਿਛਲੇ ਸਮੇਂ ਤੋਂ ਲੈ ਕੇ ਜਦ ਤੇ ਕਿਸਾਨ ਆਰਡੀਨੈਂਸ ਜਾਰੀ ਕੀਤੇ ਨੇ ਕੇਂਦਰ ਸਰਕਾਰ ਨੇ, ਉਹਨੇ ਕਿਸੇ ਨਾਲ ਵੀ ਕੋਈ ਮੀਟਿੰਗਾਂ ਨਹੀਂ ਲੈਤੀਆਂ, ਬਹੁਤ ਘੱਟ ਨਾ ਮਾਤਰ ਮੀਟਿੰਗਾਂ ਲੈਤੀਆਂ ਨਾ। ਉਹ ਵੀ ਸਾਡੀ ਉੱਚ ਪੱਧਰੀ ਜਿਹੜੀ ਆਪਣੇ ਕੋਰ ਕਮੇਟੀ ਹੈਗੀ ਉਹਨਾਂ ਨਾਲ ਹੀ ਉਹਨਾਂ ਦੀਆਂ ਮਿਲਣੀਆਂ ਹੁੰਦੀਆਂ ਨਾ। ਸਾਡੇ ਵਰਗੇ ਵਰਕਰਾਂ ਨਾਲ ਜਿਹੜੀਆਂ ਉਹਨਾਂ ਦੀ ਮਿਲਣੀਆਂ ਨਹੀਂ ਹੁੰਦੀਆਂ। ਸਾਡੀ ਜਿਹੜੀ ਸੁਣਵਾਈ ਹੈ ਜਾਂ ਅਸੀਂ ਜਦੋਂ ਜਾਂਦੇ ਹੈਗੇ ਤਾਂ ਸਰ ਸੁਖਬੀਰ ਸਿੰਘ ਜੀ ਬਾਦਲ, ਬੀਬਾ ਹਰਸਿਮਰਤ ਕੌਰ ਜੀ ਬਾਦਲ, ਇਹਨਾਂ ਨੂੰ ਮਿਲਦੇ ਆ, ਜਾਂ ਫਿਰ ਪਾਰਟੀ ਦੇ ਇਹ ਸਕੱਤਰ ਜਨਰਲ ਸਰਦਾਰ ਬਲਵਿੰਦਰ ਸਿੰਘ ਜੀ ਭੁੰਦੜ, ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ, ਇਹਨਾਂ ਨੂੰ ਅਸੀਂ ਮਿਲਦੇ ਰਹੇ ਹਾਂ। ਤੇ ਇਹਨਾਂ ਪਾਸ ਇਹ ਕਿਸਾਨੀ ਦੇ ਇਹ ਜੋ ਮਸਲੇ ਸੀਗੇ ਇਹ ਰੱਖੇ ਗਏ ਤੇ ਇਹਨਾਂ ਨੇ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰੇ ਇਹਨਾਂ ਦੇ ਸਿਧਾਂਤਕ ਤੌਰ ਤੇ ਮੰਨਿਆ ਕਿ ਜੋ ਕਿਸਾਨਾਂ ਦੇ ਸੰਬੰਧ ਵਿੱਚ ਕੇਂਦਰ ਨੇ ਆਰਡੀਨੈਂਸ ਜਾਰੀ ਕੀਤੇ ਨੇ, ਪਾਰਟੀ ਨੂੰ ਇਹਦਾ ਵਿਰੋਧ ਕਰਨਾ ਚਾਹੀਦਾ ਜੀ। ਪਰ ਹੁਣ ਉਹ ਨਹੀਂ ਪਤਾ ਵੀ ਬਾਵਜੂਦ ਇਸ ਗੱਲ ਦੇ ਵੀ ਉਹ ਹੁਣ ਕੀ ਸੋਚਦੇ ਨੇ। ਜਿਹੜਾ ਬਲਵਿੰਦਰ ਸਿੰਘ ਭੁੰਦੜ ਸਾਹਿਬ ਨਾਲ ਵੀ ਜਦੋਂ ਗੱਲਬਾਤ ਇਹ ਹੋਈ, ਇਹ ਵੀ ਹੋਈ ਗੱਲਬਾਤ ਜਿੱਥੇ ਇਹ ਆਰਡੀਨੈਂਸ ਨੇ ਕਿ ਉੱਥੇ ਜਿਹੜੀ ਕੇਂਦਰ ਸਰਕਾਰ ਆ ਉਹ ਹਿੰਦੂਤਵ ਦਾ ਏਜੰਡਾ ਜਿਹੜਾ ਉਹ ਚਲਾ ਰਹੀ ਹੈ। ਔਰ ਉਹਨਾਂ ਨੇ ਕੁਝ ਗੱਲਾਂ ਉੱਤੇ ਕਿਹਾ ਵੀ ਆਪਣੇ ਮੋਦੀ ਸਾਹਿਬ ਨਾਲ ਸਾਰੀ ਗੱਲ ਦੀ ਇਕਸੁਰਤਾ ਤਾਂ ਨਹੀਂ ਕੋਈ ਮਿਲਦੀ ਹੈ, ਕੁਝ ਫਰਕ ਅਸੀਂ ਸਮਝਦੇ ਹਾਂ ਵੀ ਕੁਝ ਤੇ ਕਿਤੇ ਨਾ ਕਿਤੇ ਮੋਦੀ ਸਾਹਿਬ ਵੀ ਉਹ ਹੈ। ਪਰ ਕਿਸਾਨਾਂ ਦੇ ਜੇ ਸੰਬੰਧ ਵਿੱਚ ਜੋ ਇਹ ਆਰਡੀਨੈਂਸ ਜਾਰੀ ਕੀਤੇ ਨੇ ਇੱਥੇ ਉਹਨਾਂ ਨੇ ਵਕਾਲਤ ਕੀਤੀ ਜੀ। ਅੱਛਾ, ਮੈਨੂੰ ਇਹ ਦੱਸਿਓ ਕਿ ਤੁਹਾਡੇ ਅਕਾਲੀ ਦਲ ਤੋਂ ਅਸਤੀਫਾ ਦੇਣ ਤੋਂ ਬਾਅਦ ਫਿਰ ਵੱਡੀ ਲੀਡਰਸ਼ਿਪ ਨੇ ਤੁਹਾਡੇ ਨਾਲ ਸੰਪਰਕ ਕੀਤਾ ਕਿ ਨਹੀਂ? ਵੱਡੀ ਲੀਡਰਸ਼ਿਪ ਵਿੱਚ ਜਿਹਦੇ ਚ ਸਰਦਾਰ ਪ੍ਰੇਮ ਸਿੰਘ ਚੰਦੂ ਮਾਜਰਾ ਸਾਹਿਬ, ਕੋਰ ਕਮੇਟੀ ਮੈਂਬਰ ਸਰਦਾਰ ਬਲਦੇਵ ਸਿੰਘ ਜੀ ਮਾਨ ਸਾਹਿਬ, ਇਹਨਾਂ ਨੇ ਸੰਪਰਕ ਕੀਤਾ। ਔਰ ਨਾਲ ਹੀ ਸਾਡੇ ਹਲਕਾ ਜ ਇੰਚਾਰਜ ਜਗਦੀਪ ਸਿੰਘ ਨਕਈ ਸਾਹਿਬ, ਉਹਨਾਂ ਨੇ ਮੇਰੇ ਨਾਲ ਸੰਪਰਕ ਕੀਤਾ। ਮਤਲਬ ਤੁਹਾਡੀ ਜਿਹੜੇ ਸੁਖਬੀਰ ਸਿੰਘ ਬਾਦਲ ਨੇ ਤੁਹਾਡੇ ਨਾਲ ਸਿੱਧਾ ਕੋਈ ਰਾਬਤਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ? ਉਹਨਾਂ ਨੇ ਮੇਰੇ ਨਾਲ ਕੋਈ ਰਾਬਤਾ ਨਹੀਂ ਕੀਤਾ। ਹੁਣ ਸਰਦਾਰ ਸਾਹਿਬ ਅਗਲਾ ਜਿਹੜਾ ਤੁਹਾਡਾ ਸਟੈਪ ਹੈ ਇਹ ਕੀ ਹੋਊਗਾ? ਦੇਖੋ, ਆਪਣਾ ਪੰਜਾਬ ਦੀ ਸਥਿਤੀ ਹੈ ਜਿਹੜੀ ਰੰਧਾਵਾ ਸਾਹਿਬ, ਬੜੀ ਹੀ ਦੁਖਦਾਈ ਸਥਿਤੀ ਹੈ। ਪੰਜਾਬ ਆਰਥਿਕ, ਸਮਾਜਿਕ, ਸੱਭਿਆਚਾਰਕ, ਧਾਰਮਿਕ ਤੌਰ ਤੇ ਬਹੁਤ ਹੀ ਥੋੜਾ ਪਿੱਛੇ ਚਿਹਰਾ ਕਰ ਲਿਓ, ਤੁਹਾਡਾ ਚਿਹਰਾ ਜਿਹੜਾ ਉਹ ਨਹੀਂ ਨਜ਼ਰ। ਹਾਂਜੀ ਜੀ ਜੀ। ਬੜੀ ਪੰਜਾਬ ਇੱਕ ਸੰਕਟਮਈ ਸਥਿਤੀ ਵਿੱਚੋਂ ਲੰਘ ਰਿਹਾ ਜੀ। ਇਸ ਸਮੇਂ ਪੰਜਾਬ ਦੇ ਵਿੱਚ ਅਜਿਹੇ ਆਗੂ ਹੀ ਜਿਹੜਾ ਹੈਗਾ ਉਹ ਪੰਜਾਬ ਨੂੰ ਸਹੀ ਸੇਧ ਦੇ ਸਕਦਾ ਜੋ ਇਸ ਮੌਕੇ ਜਾਣੀ ਜਿਹੜਾ ਇਸ ਮੌਕੇ ਪੰਜਾਬ ਨੂੰ ਆਰਥਿਕ, ਸਮਾਜਿਕ ਅਤੇ ਧਾਰਮਿਕ ਸੰਕਟ ਵਿੱਚੋਂ ਬਾਹਰ ਕੱਢ ਸਕੇ ਔਰ ਪੰਜਾਬ ਦੇ ਨਾਲ ਤਕਰੀਬਨ ਨੇੜੋਂ ਹੋ ਕੇ ਜੁੜਿਆ ਹੋਵੇ, ਲੋਕਾਂ ਨਾਲ ਨੇੜੇ ਹੋ ਕੇ ਜੁੜਿਆ ਹੋਵੇ। ਸੋ ਇਸ ਮੌਕੇ ਅਜਿਹੇ ਆਗੂ ਦੀ ਸੀ ਤੇ ਜਿਹੜੀ ਪਾਰਟੀ ਦੀ ਸੀ ਭਾਲ ਵਿੱਚ ਆ। ਸਾਨੂੰ ਲੱਗ ਰਿਹਾ ਹੈ ਕਿ ਸਰਦਾਰ ਸੁਖਦੇਵ ਸਿੰਘ ਜੋ ਢੀਂਡਸਾ ਸਾਹਿਬ ਨੇ ਉਹ ਨਾਲੇ ਸ਼੍ਰੋਮਣੀ ਅਕਾਲੀ ਦਲ ਨੂੰ ਸਹੀ ਦੀਆਂ ਤੇ ਲਿਆਉਣ ਦੀ ਗੱਲ ਕਰ ਰਹੇ ਹਨ ਔਰ ਸ਼੍ਰੋਮਣੀ ਅਕਾਲੀ ਦਲ ਦਾ ਜੋ ਸਿਧਾਂਤ ਸੀਗਾ ਜਿਹਦੇ ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਹੁਣ ਉੱਖੜ ਕੇ ਪਰਿਵਾਰਕ ਪਾਰਟੀ ਬਣ ਚੁੱਕੀ ਹੈਗੀ ਔਰ ਉਸ ਸਿਧਾਂਤਾਂ ਉੱਤੇ ਮੁੜ ਕੇ ਪਾਰਟੀ ਨੂੰ ਲਿਆਉਣ ਲਈ ਯਤਨਸ਼ੀਲ। ਆਉਣ ਵਾਲੇ ਸਮੇਂ ਦੇ ਵਿੱਚ ਸਾਡਾ ਪੱਖ ਹੈ ਜਿਹੜਾ ਉਹ ਸਾਡਾ ਜਿਹੜਾ ਲਾਪਤਾ ਹੈ ਸਰਦਾਰ ਸੁਖਦੇਵ ਸਿੰਘ ਨਾਲ ਜੁੜਿਆ ਹੈ ਔਰ ਕਦੋਂ ਵੀ ਕਿਸੇ ਵੀ ਸਮੇਂ ਅਸੀਂ ਉਧਰ ਜਾ ਸਕਦੇ। ਸਰਦਾਰ ਸਾਹਿਬ ਬਹੁਤ ਮਿਹਰਬਾਨੀ। ਦੋਸਤੋ, ਇਹ ਸਨ ਸਰਦਾਰ ਮਿੱਠੂ ਸਿੰਘ ਕਾਨੇਕੇ ਜਿਨ੍ਹਾਂ ਨੇ ਜੁਰਤ ਕੀਤੀ ਆ, ਦਲੇਰੀ ਕੀਤੀ ਆ ਜਦੋਂ ਕੋਈ ਪਾਰਟੀ ਆਪਣੇ ਸਿਧਾਂਤ ਤੋਂ ਪਾਸੇ ਜਾਂਦੀ ਹੈ, ਜਦੋਂ ਵਿਅਕਤੀਗਤ ਤੌਰ ਤੇ ਸੁਣਵਾਈ ਨਹੀਂ ਹੁੰਦੀ ਤੇ ਫਿਰ ਪਾਰਟੀਆਂ ਦੇ ਵਿੱਚ ਬੈਠੇ ਰਹਿ ਕੇ ਜਲਾਲਤ ਸਹਿਣੀ ਵੀ ਕਈ ਵਾਰੀ ਔਖੀ ਹੋ ਜਾਂਦੀ ਹੈ। ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਚਾਹੀਦਾ ਹੈ ਕਿ ਉਹ ਇਹਨਾਂ ਪੱਖਾਂ ਵੱਲ ਧਿਆਨ ਦੇਣ। ਇੱਕ ਟੈਕਨੀਕਲ ਸਮੱਸਿਆ ਜ਼ਰੂਰ ਰਹੀ ਹੈ ਕਿ ਸਰਦਾਰ ਸਾਹਿਬ ਨੂੰ ਮੈਂ ਬਹੁਤਾ ਮਨਾ ਨਹੀਂ ਕੀਤਾ ਕਿਉਂਕਿ ਉਹਨਾਂ ਦਾ ਫਲੋ ਬਣਿਆ, ਉਹਨਾਂ ਦੇ ਅੰਦਰ ਦੀ ਜਿਹੜੀ ਵੇਦਨਾ ਹੈ ਉਹ ਜਿਵੇਂ ਵੀ ਕਹਿ ਰਹੇ ਸੀ ਉਹਨਾਂ ਨੂੰ ਮੈਂ ਕਹਿਣ ਦਿੱਤਾ ਹੈ। ਕਿਤੇ ਚਿਹਰਾ ਬਿਲਕੁਲ ਕੈਮਰੇ ਤੇ ਅੱਗੇ ਆਇਆ, ਕਿਤੇ ਪਿੱਛੇ ਚਲੇ ਗਿਆ। ਤੁਸੀਂ ਜ਼ਰੂਰ ਦੋਸਤੋ ਇਸ ਗੱਲ ਨੂੰ ਨਜ਼ਰਅੰਦਾਜ਼ ਕਰਿਓ, ਉਹਨਾਂ ਦੀ ਭਾਵਨਾ ਤੱਕ ਜਾਣ ਦਾ ਯਤਨ ਕਰਿਓ। ਸਰਦਾਰ ਸੁਖਦੇਵ ਸਿੰਘ ਢੀਂਡਸਾ ਲਈ ਆਉਂਦੇ ਦਿਨ ਬਿਹਤਰ ਹੋਣ ਦੇ ਸੰਕੇਤ ਮਿਲ ਰਹੇ ਆ ਕਿਉਂਕਿ ਜਦੋਂ ਕਿਸੇ ਪਾਰਟੀ ਦੇ ਵਿੱਚੋਂ ਲੋਕ
ਪਰੇਸ਼ਾਨ ਹੁੰਦੇ ਆ, ਨਾਰਾਜ਼ ਹੁੰਦੇ ਆ, ਉਹਨਾਂ ਕੋਲ ਸਬਸਟੀਟਿਊਟ ਨਹੀਂ ਹੁੰਦੇ, ਉਹਨਾਂ ਕੋਲ ਬਦਲ ਨਹੀਂ ਹੁੰਦੇ। ਕਈ ਵਾਰੀ ਅਕਾਲੀ ਸਾਰੀ ਉਮਰ ਅਕਾਲੀ ਰਹਿਣ ਵਾਲੇ ਕਿਸੇ ਦੂਜੀ ਪਾਰਟੀ 'ਚ ਜਾਣ ਨੂੰ ਤਰਜੀਹ ਨਹੀਂ ਦਿੰਦੇ, ਘੁਟਨ ਮਹਿਸੂਸ ਕਰਦੇ ਵੀ ਬੈਠੇ ਰਹਿੰਦੇ ਆ। ਲੇਕਿਨ ਜਦੋਂ ਸਮਾਨਾਂਤਰ ਪਲੇਟਫਾਰਮ ਮਿਲ ਜਾਂਦੇ ਆ ਤੇ ਲੋਕਾਂ ਲਈ ਫੈਸਲੇ ਕਰਨੇ ਆਸਾਨ ਹੋ ਜਾਂਦੇ ਆ। ਸਰਦਾਰ ਮਿੱਠੂ ਸਿੰਘ ਕਾਨੇਕੇ ਸ਼ਾਇਦ ਇਸੇ ਤਰ੍ਹਾਂ ਦੀ ਦੁਬਦਾ ਦੁਚਿੱਤੀ ਦਾ ਸ਼ਿਕਾਰ ਸੀਗੇ, ਉਹਨਾਂ ਨੂੰ ਰਾਹ ਰਸਤਾ ਮਿਲ ਰਿਹਾ। ਸੋ ਦੇਖਣਾ ਇਹ ਹੋਊਗਾ ਕਿ ਕਿੱਥੇ ਕਿੱਥੇ ਜਾ ਕੇ ਪੰਜਾਬ ਦੇ ਭਲੇ ਦੀ ਗੱਲ ਅੱਗੇ ਤੁਰਦੀ ਆ, ਲੋਕਾਂ ਦੇ ਜਿਹੜੇ ਹਿੱਤ ਆ ਉਹਨਾਂ ਦੀ ਪੈਰਵਾਈ ਐਡਵੋਕੇਸੀ ਕੌਣ ਕਰਦਾ ਹੈ, ਇਹ ਬੜੇ ਅਹਿਮ ਸਵਾਲ ਹੈ। ਸਰਦਾਰ ਸਾਹਿਬ, ਜਦੋਂ ਤੁਸੀਂ ਕੋਈ ਨਵਾਂ ਫੈਸਲਾ ਲਓਗੇ ਅਸੀਂ ਤੁਹਾਡੇ ਨਾਲ ਫਿਰ ਜੁੜਾਂਗੇ। ਬਹੁਤ ਮਿਹਰਬਾਨੀ, ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ।